ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। 13 ਅਗਸਤ 2025 ਦੇ ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਬਹੁਤ ਧੰਨਵਾਦ ਤੁਹਾਡਾ ਪ੍ਰਵੀਨ। ਮੇਰੇ ਵੱਲੋਂ ਵੀ ਸਭ ਸੁਣਨ ਵਾਲੇ ਸਤਿਕਾਰਯੋਗ ਸਰੋਤਿਆਂ ਨੂੰ ਔਰ ਡਿਜੀਟਲ ਮੀਡੀਆ ਰਾਹੀਂ ਫੇਸਬੁੱਕ ਰਾਹੀਂ YouTube ਰਾਹੀਂ ਸਾਨੂੰ ਦੇਖ ਰਹੇ ਜਿੰਨੇ ਸਾਡੇ ਸਤਿਕਾਰਯੋਗ ਦਰਸ਼ਕ ਨੇ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਔਰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਅੱਜ ਦੇ ਅਪਡੇਟ ਪਾਕਿਸਤਾਨ 'ਚ। ਅੱਜ ਜਦੋਂ ਅਮਰੀਕਾ ਦੇ ਵਿੱਚ 13 ਅਗਸਤ ਸਾਲ 2025 ਹੈ, ਇਹਦਾ ਦਿਨ ਟਲ ਰਿਹਾ, ਬਲਕਿ ਪਾਕਿस्तान 'ਚ 14 ਅਗਸਤ ਸਾਲ 2025 ਦਾ ਦਿਨ ਚੜ ਚੁੱਕਿਆ ਹੈ ਔਰ ਉੱਥੇ ਅੱਜ ਆਮ ਛੁੱਟੀ ਹੈ। ਪਾਕਿਸਤਾਨ ਦਾ ਇੰਡੀਪੈਂਡੈਂਸ ਡੇ, ਨੈਸ਼ਨਲ ਡੇ ਜਿਹੜਾ ਉਹ ਮਨਾਇਆ ਜਾ ਰਿਹਾ ਹੈ। ਇਹ ਖਬਰਾਂ ਤੁਹਾਡੇ ਪਾਸੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ YouTube ਔਰ Facebook ਚੈਨਲ ਦੇ ਉੱਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਇਹ ਖਬਰਾਂ ਹਫ਼ਤੇ 'ਚ ਪਾਉਂਦੇ ਨੇ, ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਵੱਡੀਆਂ ਖਬਰਾਂ ਜਿਹੜੀਆਂ, ਜੇ ਇਹਨਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 408272 5200। आज आज ਦੇ ਅਪਡੇਟ ਪਾਕਿਸਤਾਨ 'ਚ ਪਾਕਿਸਤਾਨ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਜਿਹੜੀਆਂ ਪ੍ਰਵੀਨ ਹੋਣਾ ਕੋਲੋਂ ਉਹਨਾਂ ਦਾ ਕਹਿ ਲੋ ਕਿ ਮੁੜ ਸੁਣਨੇ ਫਿਰ ਚਰਚਾ ਕਰਨੀ। ਜੀ ਮਸੂਦ, ਪਹਿਲੀ ਖਬਰ ਵਾਲੇ ਵਧਦੇ ਹਾਂ। ਪਾਰਲੀਮੈਂਟ ਨੇ ਕੱਲ ਇੱਕ ਐਸਾ ਕਾਨੂੰਨ ਪਾਸ ਕਰ ਦਿੱਤਾ ਹੈ ਕਿ ਜਿਹਦੇ 'ਚ ਕਿਸੇ ਬੰਦੇ ਨੂੰ ਸਿਰਫ ਸ਼ੱਕ ਦੀ ਬੁਨਿਆਦ ਤੇ ਜੇ ਫੜ ਲਿਆ ਗਿਆ ਹੈ ਤੇ ਉਹਨੂੰ 3 ਮਹੀਨੇ ਕੈਦ ਕੀਤਾ ਜਾ ਸਕਦਾ। ਜੀ ਬਿਲਕੁਲ, ਇਹ ਬਿੱਲ ਆ ਜਿਹੜਾ ਹੈ ਇਹ ਜਿਹਨੂੰ ਕਹਿੰਦੇ ਨੇ ਕਿ ਵਿਖਾ ਕੇ ਸੱਜੀ ਤੇ ਮਾਰੀ ਖੱਬੀ ਬਣਿਆ ਹੈ ਔਰ ਇਹ ਸੱਜੀ ਹੈ ਜਿਹੜੀ ਇਹ ਵਿਖਾ ਕੇ ਖੱਬੀ ਮਾਰੀ ਗਈ ਹੈ ਆਪੋਜੀਸ਼ਨ ਨੂੰ। 13 ਅਗਸਤ ਨੂੰ ਕਹਿ ਲਵੋ ਕਿ ਇਕੱਠ ਸੱਦਿਆ ਗਿਆ। ਸਾਰਿਆਂ ਨੂੰ ਇਹ ਪਤਾ ਹੈ ਚਲੋ ਸੱਤੇ ਕਰ ਰਹੇ ਆ, ਬਸ ਠੀਕ ਹੈ, ਕੀ ਦਿਨ ਦੇ ਹੱਥ ਇਹਨਾਂ ਨੇ ਇਕੱਠ ਸੱਦਿਆ ਹੈ, ਕੋਈ ਏਡੀ ਕਾਰਵਾਈ ਨਹੀਂ ਹੋਣੀ। ਆਪੋਜੀਸ਼ਨ ਹੈ ਜਿਹੜੀ ਉਹ ਇਸ ਇਕੱਠ 'ਚ ਜਾਂ ਪਾਰਲੀਮੈਂਟ ਦੇ ਜਾਂ ਨੈਸ਼ਨਲ ਅਸੈਂਬਲੀ ਦੇ ਇਕੱਠ 'ਚ ਨਾ ਗਈ। ਹੁਣ ਗਿਣਤੀ ਜਦੋਂ ਘਟੀ ਤੇ ਉੱਥੇ ਹੁਕਮਰਾਨ ਧੜਾ ਜਿਹੜਾ ਉਹਨਾਂ ਦੇ ਤਲਾਲ ਚੌਧਰੀ ਹੋਣਾ ਨੇ ਬਿੱਲ ਪੇਸ਼ ਕਰ ਦਿੱਤਾ। ਅੱਛਾ, ਬਿੱਲ ਜਦੋਂ ਪੇਸ਼ ਕੀਤਾ ਜਮੀਅਤ ਉਲਮਾ ਇਸਲਾਮ ਦੀ ਜਿਹੜੀ ਇੱਕ ਮੈਂਬਰ ਨੇ ਆਲੀਆ ਕਾਮਰਾਨ, ਉਹਨਾਂ ਨੇ ਇਤਰਾਜ਼ ਕੀਤਾ। ਉਹਨਾਂ ਆਖਿਆ ਜੀ ਇਹ ਬਿੱਲ ਅਚਾਨਕ ਕਿਉਂ ਤੁਸੀਂ ਪੇਸ਼ ਕੀਤਾ ਔਰ ਇਸ ਬਿੱਲ ਨੂੰ ਅੱਜ ਹੀ ਮਨਜ਼ੂਰ ਕਰਾਉਣ ਦੀ ਏਡੀ ਛੇਤੀ ਕੀ ਹੈ ਤੁਹਾਨੂੰ, ਇਹਦੇ ਉੱਤੇ ਬਹਿਸ ਕੀਤੀ ਜਾਏ। ਉਹਨਾਂ ਨੇ ਆਪਣਾ ਕੰਮ ਜਾਰੀ ਰੱਖਿਆ। ਫਿਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਔਰ ਸਰਕਾਰ ਮੁਖਾਲਫ ਧੜੇ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਆਪੋਜੀਸ਼ਨ ਹੈ ਜਿਹੜੀ, ਉਹਨੇ ਇhtਜਾਜ ਸ਼ੁਰੂ ਕਰਤਾ, ਰੌਲਾ ਰੱਪਾ ਪਾਇਆ ਔਰ ਉਹਨਾਂ ਨੇ ਆਖਿਆ ਕਿ ਜੇ ਗਿਣਤੀ ਪੂਰੀ ਨਹੀਂ ਗਈ ਹੈ। ਹੁਣ ਸਪੀਕਰ ਅਯਾਜ਼ ਸਾਦਿਕ ਉਹਨਾਂ ਨੇ ਗਿਣਤੀ ਸ਼ੁਰੂ ਕੀਤੀ ਤੇ ਹਕੂਮਤੀ ਮੈਂਬਰ ਬਹੁਤੇ ਸਨ, ਆਪੋਜੀਸ਼ਨ ਵਾਲੇ ਥੋੜੇ ਸਨ। ਉਹ ਹੁਣ ਆਏ ਨਹੀਂ, ਧੋਖਾ ਹੋ ਗਿਆ। ਉਧਰੋਂ ਉਹਨਾਂ ਨੇ ਇਹ 127 ਦੇ ਕਹਿ ਲਵੋ ਕਿ ਹਮਾਇਤ ਦੇ ਨਾਲ ਇਹ ਮਨਜ਼ੂਰ ਵੀ ਕਰ ਲਈ। 45 ਨੇ ਜਿਹੜੇ ਉਹ ਮੁਖਾਲਫਤ 'ਚ ਵੋਟ ਪਏ, ਕਾਨੂੰਨ ਬਣ ਗਿਆ। ਉਸ ਤੋਂ ਬਾਅਦ ਤਲਾਲ ਚੌਧਰੀ ਹੋਣੇ ਜਿਹੜੇ ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਵੀ ਨੇ, ਉਹਨਾਂ ਤਕਰੀਰ ਕਰਦਿਆਂ ਆਖਿਆ ਕਿ ਵੇਲਾ ਉਹ ਹੈ ਕਿ ਹੁਣ ਪਾਕਿਸਤਾਨ 'ਚ ਅਤਗਰਦੀ ਵਧੀ ਪਈ ਹੈ। ਅੱਜ ਪਾਕਿਸਤਾਨ 'ਚ ਅਤਗਰਦੀ ਇੰਨੀ ਵੱਧ ਗਈ ਹੈ ਜਿੰਨੀ ਸਾਲ 2012 'ਚ ਇੱਥੇ ਸੀਗੀ। ਸਾਡੇ 5 ਫੌਜ ਦੇ ਜਿਹੜੇ ਮੇਜਰ ਨੇ ਉਹ ਜਾਨ ਦੀ ਬਾਜ਼ੀ ਹਾਰ ਚੁੱਕੇ ਨੇ। ਨਾਲ ਉਹਨਾਂ ਦਲੀਲ ਦਿੱਤੀ ਕਿ ਜੇ ਅਸੀਂ ਫੌਜ ਦੇ ਹੱਥ ਮਜ਼ਬੂਤ ਨਹੀਂ ਕਰਨੇ ਤੇ ਕਿੰਨੇ ਕਰਨੇ। ਹਾਂ, ਜਿਹਦੇ ਤੇ ਸ਼ੱਕ ਹੈ ਉਹਨੂੰ ਫੜਿਆ ਜਾਏਗਾ, 90 ਦਿਨਾਂ ਤੱਕ ਹਿਰਾਸਤ 'ਚ ਰੱਖਿਆ ਜਾਏਗਾ, ਕੋਈ ਜ਼ਮਾਨਤ ਨਹੀਂ, ਕੋਈ ਰਸੀਦ ਨਹੀਂ, ਕੋਈ ਪਰਚਾ ਨਹੀਂ। ਇਹ ਕੰਮ ਜਿਹੜਾ ਹੁਣ ਹੋਏਗਾ ਤੇ ਇਹ ਬਦਲਾਅ ਕੀਤਾ ਗਿਆ, ਕੋਈ ਨਵਾਂ ਕਾਨੂੰਨ ਨਹੀਂ ਗਾ। ਠੀਕ ਹੈ। ਆਪੋਜੀਸ਼ਨ ਦਾ ਇਹ ਆਖਣਾ ਹੈ ਕਿ ਆਪਣੇ ਖਿਲਾਫ ਉੱਠਦੀ ਹਰ ਆਵਾਜ਼ ਨੂੰ ਨੱਪਣ ਲਈ, ਦੱਬਣ ਲਈ ਸਰਕਾਰ ਨੇ ਇਹ ਕੰਮ ਕੀਤਾ ਹੈ ਕਿ ਨਾ ਤੇ ਕੋਈ ਫੌਜ ਦੇ ਖਿਲਾਫ ਬੋਲ ਸਕੇ ਤੇ ਨਾ ਹੁਕਮਰਾਨ ਧੜੇ ਦੇ ਖਿਲਾਫ ਬੋਲ ਸਕੇ। ਇਸ ਲਈ ਉਹਨਾਂ ਨੇ ਇਹ ਬਦਲਾਅ ਨਾ ਸਿਰਫ ਪੇਸ਼ ਕੀਤਾ ਬਲਕਿ ਨਾਲ ਹੀ ਚੁਟਕੀ ਵਜਾਉਂਦਿਆਂ ਇਹਨੂੰ ਮਨਜ਼ੂਰ ਕਰਕੇ ਲਾਗੂ ਆ ਜਿਹੜਾ ਉਹ ਕੀਤਾ ਹੈ। ਇਹਦੇ ਉੱਤੇ ਕਿਸੇ ਕਿਸਮ ਦੀ ਕੋਈ ਬਹਿਸ ਨਹੀਂ ਹੋਈ, ਕਿਸੇ ਦੂਸਰੀ ਸਿਆਸੀ ਪਾਰਟੀ ਨਾਲ ਮਸ਼ਵਰਾ ਤੱਕ ਨਹੀਂ ਕੀਤਾ ਗਿਆ। ਸੋ ਇਹ ਇੱਕ ਧੋਖਾ ਹੈ। ਆਮ ਬੰਦਾ ਜਿਹੜਾ ਉਹ ਪਹਿਲਾਂ ਵੀ ਉੱਥੇ ਕਿੱਥੇ ਮਹਿਫੂਜ਼ ਆ, ਹੁਣ ਉਹਨੂੰ ਕਾਨੂੰਨ ਬਣਾ ਕੇ ਕਾਨੂੰਨ ਦੀ ਮਾਰ ਕੇ ਕਹਿ ਲਵੋ ਕਿ ਲਿਆਂਦਾ ਜਾਏਗਾ ਉਸ ਪੁਆਇੰਟ ਤੇ ਜਿੱਥੇ ਚਾਹਿਆ ਜਾ ਰਿਹਾ। ਸੋ ਇਹ ਇੱਕ ਮੰਦਾ ਕੰਮ ਹੈ ਜਿਹੜਾ ਕੱਲ ਹੋਇਆ ਜੀ। ਮਸੂਦ, ਅਗਲੀ ਖਬਰ ਵਾਲੇ ਵਧਦੇ ਹਾਂ। ਸਿਆਸਤ ਅਤੇ ਇhtਜਾਜ ਦਾ ਹੱਕ ਤੇ ਸਭ ਨੂੰ ਹੈ ਪਰ ਬਗਾਵਤ ਦਾ ਕੋਈ ਨਹੀਂ, ਇਹ ਆਖਣਾ ਹੈ ਜਨਾਬ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਦਾ। ਜੀ ਬਿਲਕੁਲ, ਇਹ ਉਹਨਾਂ ਦਾ ਹੀ ਆਖਣਾ ਹੈ ਔਰ ਇਹ ਗੱਲ ਉਹਨਾਂ ਨੇ ਕੀਤੀ ਪਾਕਿਸਤਾਨ ਦੇ ਇੰਡੀਪੈਂਡੈਂਸ ਡੇ ਦੇ ਬਾਰੇ ਸੱਜੀ ਇੱਕ ਵੱਡੀ ਰੌਣਕ ਜਿਹੜੀ ਇਸਲਾਮਾਬਾਦ 'ਚ ਲੱਗੀ। ਉੱਥੇ ਉਹਨਾਂ ਨੇ ਆਪਣੀ ਸਪੀਚ ਕੀਤੀ ਤੇ ਉੱਥੇ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦੇ ਵਿੱਚ ਕੋਈ ਨਵਾਂ ਫਿਤਨਾ ਜਿਹੜਾ ਉਹ ਸਿਰ ਨਾ ਚੁੱਕੇ। ਇਹਦੇ ਵਾਸਤੇ ਮੈਂ ਸਭ ਸਿਆਸੀ ਪਾਰਟੀਆਂ, ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਨਾਂ ਲਿਓ ਵਗੈਰਾ, ਉਹਨਾਂ ਨੇ ਆਖਿਆ ਸਭ ਸਿਆਸੀ ਪਾਰਟੀਆਂ ਜਿਹੜੀਆਂ ਪਾਕਿਸਤਾਨ ਦੀਆਂ ਨੇ, ਜਿਹੜੀਆਂ ਸਾਡੀਆਂ ਮੁਖਾਲਫ ਨੇ, ਜਿਹੜੀਆਂ ਸਾਡੀਆਂ ਹਾਮੀ ਨੇ, ਮੈਂ ਉਹਨਾਂ ਸਾਰੀਆਂ ਨੂੰ ਸੱਦਾ ਦੇਣਾ ਕਿ ਆਓ ਇੱਕ ਇਕੱਠ ਕਰੀਏ। ਮੁਲਕ ਇਸ ਵੇਲੇ ਜਿਹਨਾਂ ਚੈਲੰਜਸ 'ਚ ਹੈ ਆ ਉਹਨਾਂ ਦੇ ਨਾਲ ਨਿਬੜਨ ਦੇ ਵਾਸਤੇ, ਕੋਈ ਨਵਾਂ ਫਿਤਨਾ ਜਿਹੜਾ ਉਹਦੇ ਨਾਲ ਨਿਬੜਨ ਵਾਸਤੇ, ਮੁਲਕ 'ਚ ਬਦਅਮਨੀ ਮੁਕਾਉਣ ਵਾਸਤੇ ਅਸੀਂ ਸਾਰੇ ਇੱਕਮਿਕ ਹੋ ਕੇ ਕਿਸੇ ਇੱਕ ਗੱਲ ਦੇ ਉੱਤੇ ਆਈਏ, ਕੋਈ ਇੱਕ ਸਲਾਹ ਕਰੀਏ। ਨਾਲ ਫਿਰ ਉਹਨਾਂ ਨੇ ਆਖਿਆ ਕਿ ਸਿਆਸਤ ਹਰ ਸਿਆਸੀ ਪਾਰਟੀ ਦਾ ਹੱਕ ਆ, ਉਹ ਕਰੇ। ਇhtਜਾਜ ਹਰ ਸਿਆਸੀ ਪਾਰਟੀ ਦਾ ਹੱਕ ਆ, ਉਹ ਕਰੇ। ਪਰ ਬਗਾਵਤ ਆ ਜਿਹੜੀ ਉਹਦੀ ਇਜਾਜ਼ਤ ਨਹੀਂ ਹੋਏਗੀ। ਬਗਾਵਤ ਤੋਂ ਮੁਰਾਦ ਉਹਨਾਂ ਦਾ ਇਸ਼ਾਰਾ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ
ਫੌਜੀ ਟਿਕਾਣਿਆਂ ਦੇ ਉੱਤੇ, ISI ਦੇ ਦਫ਼ਤਰਾਂ ਦੇ ਉੱਤੇ ਹੋਣ ਵਾਲੇ ਹਮਲੇ, ਕੋਰ ਕਮਾਂਡਰ ਹਾਊਸ ਲਾਹੌਰ 'ਚ ਹੋਣ ਵਾਲੇ ਹਮਲੇ, ਸਰਕਾਰੀ ਦਫ਼ਤਰ ਨੇ ਜਿਹੜੇ ਉਹਨਾਂ ਤੇ ਹੋਣ ਵਾਲੇ ਹਮਲੇ, ਉਹਨਾਂ ਨੇ ਇਹਨਾਂ ਸਾਰੀਆਂ ਕੰਮਾਂ ਨੂੰ ਬਗਾਵਤ ਆਖਿਆ ਕਿ ਬਗਾਵਤ ਦੀ ਕੋਈ ਗੁੰਜਾਇਸ਼ ਨਹੀਂ ਗੀ, ਇਤਜਾਜ ਦੀ ਗੁੰਜਾਇਸ਼ ਹੈ, ਸਿਆਸਤ ਦੀ ਗੁੰਜਾਇਸ਼ ਹੈ। ਇਹ ਇੰਡੀਪੈਂਡੈਂਸ ਡੇ ਮੌਕੇ ਪ੍ਰਾਈਮ ਮਿਨਿਸਟਰ ਦਾ ਬਿਆਨ ਹੈ ਜੀ। ਮਸੂਦ, ਅਗਲੀ ਖਬਰ ਵੱਲ ਵਧਦੇ ਹਾਂ। ਸੁਣਿਆ ਲਹਿੰਦੇ ਪੰਜਾਬ 'ਚ ਜੁਰਮ ਜਿਹੜਾ ਹੈ 25% ਘਟ ਗਿਆ, ਪਰ ਇਹਦਾ ਸਾਰਾ ਕ੍ਰੈਡਿਟ ਜਿਹੜਾ ਹੈ ਉਹ ਸੁਣਿਆ ਹੈ ਵੇ ਕਿ CCD ਦੇ ਮਹਿਕਮੇ ਨੂੰ ਜਾ ਰਿਹਾ ਹੈ। ਜੀ ਸੁਣਿਆ ਤੁਸੀਂ ਇਸ ਕਰਕੇ ਕਿ ਆਪ CCD ਦਾ ਮਹਿਕਮਾ ਜਿਹੜਾ ਉਹਨੇ CM ਪੰਜਾਬ ਮਰੀਮ ਨਵਾਜ਼ ਨੂੰ ਜਿਹੜੀ ਰਿਪੋਰਟ ਪੇਸ਼ ਕੀਤੀ ਉਹਦੇ 'ਚ ਆਖਿਆ ਕਿ ਜੀ ਇਹ ਮਹਿਕਮਾ ਬਣਨ ਤੋਂ ਬਾਅਦ ਮਾਰਚ ਤੋਂ ਲੈ ਕੇ 31 ਜੁਲਾਈ ਤੱਕ ਲਹਿੰਦੇ ਪੰਜਾਬ 'ਚ ਜੁਰਮ ਆ ਜਿਹੜਾ ਉਹ 25% ਘਟ ਗਿਆ ਆ। ਇਹ CCD ਦਾ ਮਤਲਬ ਹੈ ਕ੍ਰਾਈਮ ਕੰਟਰੋਲ ਡਿਪਾਰਟਮੈਂਟ। ਇਹ ਪੰਜਾਬ ਪੁਲਿਸ ਦਾ ਇੱਕ ਮਹਿਕਮਾ ਆ। ਇਹ ਇੱਕ ਨਵੀਂ ਫੋਰਸ ਹੈ ਜਿਹੜੀ ਇਹਨਾਂ ਨੇ ਬਣਾਈ ਹੈ, ਜਿਹਦਾ ਕੰਮ ਇਹ ਹੈ ਕਿ ਮੁਜਰਮ ਨੇ ਜਿਹੜੇ ਉਹਨਾਂ ਨੂੰ ਜਾਲੀ ਪੁਲਿਸ ਮੁਕਾਬਲਿਆਂ 'ਚ ਮਾਰੀ ਆ ਰਹੇ। ਠੀਕ ਹੈ। ਮਾਰਚ ਮਹੀਨੇ 'ਚ ਇੱਕ ਐਪਲੀਕੇਸ਼ਨ ਹੈ ਜਿਹੜੀ ਹੈ, ਇੱਕ ਅਪੀਲ ਹੈ ਜਿਹੜੀ ਉਹ ਲਾਹੌਰ ਹਾਈ ਕੋਰਟ 'ਚ ਗਈ ਕਿਸੇ ਮੁੰਡੇ ਦੀ ਮਾਂ ਨੂੰ ਕਿ ਜੀ ਮੇਰਾ ਮੁੰਡਾ ਜਿਹੜਾ ਮੁਜਰਮ ਹੈ, ਪਰ ਉਹਦਾ ਅਦਾਲਤੀ ਟ੍ਰਾਇਲ ਕਰਨ ਦੀ ਬਜਾਏ ਉਹਨੂੰ ਕਾਨੂੰਨ ਆ ਜਿਹੜਾ ਉਹਦਾ ਸਾਹਮਣਾ ਕਰਨ ਦੀ ਬਜਾਏ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਜਾਏਗਾ, ਕਿਉਂਕਿ ਪਿਛਲੇ ਦਿਨਾਂ ਦੇ ਜਿਹੜੇ ਪੁਲਿਸ ਮੁਕਾਬਲੇ ਚੱਲ ਰਹੇ ਨੇ ਇਹ ਹੋ ਜਾਣਾ। ਕਹਿੰਦੇ ਨੇ ਕਿ ਇਸ ਵੇਲੇ ਤੱਕ ਕੋਈ ਲਗਭਗ 100 ਤੋਂ ਉੱਤੇ ਨਾਮੀ ਗ੍ਰਾਮੀ ਮੁਜਰਮ ਨੇ ਜਿਹੜੇ ਉਹ ਮਾਰੇ ਗਏ ਨੇ। ਇਹ ਜਾਲੀ ਪੁਲਿਸ ਮੁਕਾਬਲੇ ਦੀ ਰਿਪੋਰਟ ਇੱਕੋ ਹੀ ਹੁੰਦੀ, ਮੁਜਰਮ ਨੂੰ ਫੜਿਆ, ਉਹਨੂੰ ਗ੍ਰਿਫਤਾਰ ਕੀਤਾ, ਜੁਰਮ ਦੀ ਬਰਾਮਦਗੀ ਦੇ ਵਾਸਤੇ, ਅਸਲੇ ਦੀ ਬਰਾਮਦਗੀ ਦੇ ਵਾਸਤੇ, ਉਹਦੇ ਸਾਥੀਆਂ ਦੀ ਗ੍ਰਿਫਤਾਰੀ ਦੇ ਵਾਸਤੇ ਉਹਨੂੰ ਲਿਜਾਇਆ ਜਾ ਰਿਹਾ ਸੀ। ਉਹਦੇ ਸਾਥੀਆਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਔਰ ਆਪਣੇ ਸਾਥੀਆਂ ਦੀ ਫਾਇਰਿੰਗ ਦੇ ਨਾਲ ਹੀ ਉਹ ਮਾਰਿਆ ਗਿਆ। ਇਸ ਮੌਕੇ ਦੇ ਉੱਤੇ ਪੁਲਿਸ ਦੀ ਗੱਡੀ ਨੂੰ 2 ਗੋਲੀਆਂ ਵੱਜੀਆਂ, ਮੁਲਾਜ਼ਮ ਮਸਾਂ ਲੰਮਿਆਂ ਪੈ ਗਏ, ਉਹਨਾਂ ਜਾਨ ਬਚਾਈ। ਉਹ ਹੀ ਰਵਾਇਤੀ ਜਿਹੜੀ ਇੱਕ ਸਟੋਰੀ ਹੁੰਦੀ ਹੈ, ਰਵਾਇਤੀ ਐਨਕਾਊਂਟਰ। CCD ਮਹਿਕਮੇ ਦੇ ਪ੍ਰਧਾਨ ਨੇ ਜੀ ਸੁਹੇਲ ਜ਼ਫਰ ਚੱਠਾ ਹੋਣੇ, ਜਿਹਨਾਂ ਨੂੰ ਐਨਕਾਊਂਟਰ ਸਪੈਸ਼ਲਿਸਟ ਵੀ ਕਿਹਾ ਜਾਂਦਾ ਹੈ। ਸੋ ਹੁਣ ਤੇ ਕਹਿੰਦੇ ਨੇ ਕਿ ਵਾਰਦਾਤ ਹੁੰਦੀ ਹੈ, ਸੋਸ਼ਲ ਮੀਡੀਆ ਤੇ ਹੁੰਦੀ ਹੈ ਤੇ ਕੁਝ ਘੰਟਿਆਂ ਬਾਅਦ ਬੰਦਾ ਮਰ ਜਾਂਦਾ ਹੈ। ਇਹ ਨਹੀਂ ਵੇਖਿਆ ਜਾਂਦਾ ਹੈ ਕਿ ਇਹਨੇ ਜੁਰਮ ਕਿਉਂ ਕੀਤਾ, ਗਰੀਬੀ ਤੋਂ ਤੰਗ ਸੀਗਾ। ਨੋ, ਪਰਸੋਂ ਜੀ ਹੋਈ ਇੱਕ ਵਾਰਦਾਤ ਲਾਹੌਰ ਦੀ ਇੱਕ ਗਲੀ ਦੇ ਵਿੱਚ ਨਾ, ਇੱਕ ਬੀਬੀ ਬੈਠੀ ਸੀਗੀ, ਅਮਾ ਜੀ, ਕੰਨਾਂ ਦੀਆਂ ਸੁਣਨ ਵਾਲੀਆਂ 6 ਘੰਟੇ ਬਾਅਦ ਉਹ ਬੰਦਾ ਮਰ ਗਿਆ, ਪੁਲਿਸ ਮੁਕਾਬਲੇ 'ਚ ਮਰ ਗਿਆ। ਇਸ ਤਰ੍ਹਾਂ ਹੀ ਕੁਝ ਕੰਮ ਨੇ ਜਿਹੜੇ ਉਹ ਅਦਾਲਤਾਂ ਵੱਲੋਂ ਨਹੀਂ ਹੋਣ ਦੇ। ਇਨਸਾਫ ਦੇਰ ਨਾਲ ਦੇਣਾ ਵੀ ਇਨਸਾਫ ਨੂੰ ਕਤਲ ਕਰਨ ਦੇ ਬਰਾਬਰ ਹੈ। ਕਸੂਰ 'ਚ ਕਿੰਨੇ ਬੱਚਿਆਂ ਦੇ ਨਾਲ ਜਿਨਸੀ ਜ਼ਿਆਦਤੀ ਹੋਈ, ਕਿੱਥੇ ਉਹਨਾਂ ਮੁਜਰਮਾਂ ਨੂੰ ਕੈਫੇ ਕਰਤਾਰ ਤੱਕ ਕਪੜਾਇਆ, ਸਵਾਏ ਹੋਏ ਇੱਕ ਮਰੀਮ ਕੇਸ ਆ ਮੇਰਾ ਖਿਆਲ ਹੈ, ਜ਼ੈਨਬ ਕੇਸ। ਉਸ ਤੋਂ ਬਾਅਦ ਕੀ ਕੰਮ ਰੁਕ ਗਿਆ, ਇੱਕ ਤੋਂ ਇੱਕ ਕੇਸ ਸਾਹਮਣੇ ਆਉਣ ਦੇ। ਇਹ ਫੈਸਲਾਬਾਦ ਦੇ ਵਿੱਚ ਹੀ ਏਦਾਂ 10 ਬੱਚਿਆਂ ਦੇ ਨਾਲ ਗਨ ਪੁਆਇੰਟ ਤੇ ਇੱਕ ਬੰਦਾ ਜਿਹੜਾ ਜ਼ੁਲਮ ਕਰਨ ਵਾਲਾ ਸੀਗਾ, ਉਸ ਇਲਾਕੇ ਦਾ ਮਕੈਨਿਕਲ ਇਲੈਕਟ੍ਰੀਸ਼ੀਅਨ ਸੀਗਾ, ਉਹਨੂੰ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ। ਹਿਊਮਨ ਰਾਈਟਸ ਕਮਿਸ਼ਨ ਹੈ ਜਿਹੜਾ ਉਹ ਇਹਦੇ ਤੇ ਬਹੁਤ ਆਵਾਜ਼ ਚੁੱਕਣ ਡਿਆ ਆ। ਇਨਸਾਨੀ ਪੱਧਰ ਲਈ ਕੰਮ ਕਰਦੀਆਂ NGOs ਨੇ ਜਿਹੜੀਆਂ ਉਹ ਬਹੁਤ ਆਵਾਜ਼ ਚੁੱਕਣ ਡੀਆਂ ਕਿ ਜਦੋਂ ਕਾਨੂੰਨ ਨੂੰ ਤਗੜਿਆ ਕਰੋ, ਟ੍ਰਾਇਲ ਸਖਤ ਕਰੋ। ਇਹ ਜਾਲੀ ਪੁਲਿਸ ਮੁਕਾਬਲਿਆਂ 'ਚ ਲੋਕਾਂ ਨੂੰ ਮਾਰਨਾ ਕੋਈ ਹੱਲ ਨਹੀਂ ਗਿਆ ਹੈ। ਪਰ ਇਸ ਵੇਲੇ ਲਹਿੰਦੇ ਪੰਜਾਬ ਦੇ ਵਿੱਚ ਕਹਿ ਰਹੇ ਨੇ ਕਿ ਇਹ ਜਾਲੀ ਪੁਲਿਸ ਮੁਕਾਬਲੇ, ਇੱਥੇ ਤੱਕ ਕਿ ਸੋਸ਼ਲ ਮੀਡੀਆ ਤੇ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਦੀਆਂ ਮਾਫੀ ਮੰਗਦੇ ਆ, ਹੱਥ ਜੋੜ ਕੇ ਤੋਬਾ ਕਰਦੇ ਆ। ਵੀਡੀਓਜ਼ ਨੇ ਜਿਹੜੀਆਂ ਉਹ ਉਹਨਾਂ ਨੇ ਪਾਈਆਂ ਨੇ ਕਿ ਜੀ ਇਹ ਮੈਂ ਹੱਥ ਜੋੜਨਾ ਆ, ਮੈਨੂੰ ਮਾਫ ਕਰ ਦਿੱਤਾ ਜਾਏ, ਮੇਰੇ ਜੁਰਮਾਂ ਦਾ ਜਿਹੜਾ ਮੈਨੂੰ ਕਫਾਰਾ ਜਿਹੜਾ ਮਾਫ ਕਰ ਦਿੱਤਾ ਜਾਏ, ਮੈਂ ਅੱਗੇ ਤੋਂ ਤੋਬਾ ਕਰਨਾ ਮੈਂ ਨਹੀਂ ਕਰਾਂਗਾ। 2-3 ਦਿਨਾਂ ਬਾਅਦ ਉਹ ਵੀ ਬੰਦਾ ਮਰ ਜਾਂਦਾ ਹੈ। ਇਹ ਕੰਮ ਆ ਜਿਹੜਾ ਇਹ ਪੂਰੇ ਜ਼ੋਰਾਂ ਤੇ ਹੈ, ਜਿਹਦੇ ਕਾਰਨ CCD ਦੇ ਮਹਿਕਮੇ ਦਾ ਕਹਿਣਾ ਆ ਕਿ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ 5071 ਚੋਰੀਆਂ ਡਕੈਤੀਆਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਨਾ ਉਹ ਰਿਪੋਰਟ ਹੋਈਆਂ ਨੇ। ਇਸ ਤੋਂ ਪਹਿਲੇ ਉਹਨਾਂ ਨੇ ਆਖਿਆ ਹੈ ਕਿ ਇਹ ਕੰਮ ਜਿਹੜਾ ਇਹ ਚੋਖਾ ਵਧਿਆ ਪਿਆ ਸੀ। ਜਿਹੜੀ CCD ਦੀ ਰਿਪੋਰਟ ਆ ਉਹਦੇ ਵਿੱਚ ਉਹ ਦਾਅਵਾ ਕਰ ਰਹੇ ਨੇ ਕਿ ਇਹਨਾਂ ਕਾਰਵਾਈਆਂ ਰਾਹੀਂ ਹਜੇ ਤੱਕ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ 2600 ਵਾਰਦਾਤਾਂ ਨੇ ਜਿਹੜੀਆਂ ਉਹ ਸਿਰਫ ਰਹਿ ਗਈਆਂ, ਜਿਹੜੀਆਂ ਕਿ ਪਿਛਲੇ ਕੁਝ ਮਹੀਨਿਆਂ 'ਚ, ਯਾਨੀ ਮਾਰਚ ਮਹੀਨੇ ਤੋਂ ਪਹਿਲਾਂ ਕਹਿ ਰਹੇ ਨੇ ਕਿ ਕੋਈ 4500 ਤੋਂ ਉੱਤੇ ਸਨ ਲੈਂਦੇ ਪੰਜਾਬ 'ਚ। ਇਸ ਵੇਲੇ ਉਹਨਾਂ ਦਾ ਆਖਣਾ ਹੈ ਕਿ ਇਹ ਵਾਰਦਾਤਾਂ ਜੇ ਰਲਾ ਮਿਲਾ ਕੇ ਅਗਵਾ ਦੀਆਂ, ਕਤਲ ਦੀਆਂ, ਚੋਰੀ ਦੀਆਂ, ਡਕੈਤੀ ਦੀਆਂ ਇਹਨਾਂ ਨੂੰ ਵੇਖੀਏ ਤੇ ਲੈਂਦੇ ਪੰਜਾਬ 'ਚ 49%, 49% ਜੁਰਮ ਹੈ ਜਿਹੜਾ ਉਹ ਘਟਿਆ ਆ। ਉਹਦੇ ਵਿੱਚ ਆਖਿਆ ਗਿਆ ਹੈ ਕਿ ਮੋਟਰਸਾਈਕਲਾਂ ਖੋਹਣ ਦੀਆਂ ਵਾਰਦਾਤਾਂ 32% ਘਟੀਆਂ ਨੇ, ਅਗਵਾ ਦੀਆਂ ਵਾਰਦਾਤਾਂ 78% ਘਟੀਆਂ ਨੇ, ਏਦਾਂ ਹੀ ਕਤਲ ਦੀਆਂ ਵਾਰਦਾਤਾਂ ਨੇ ਜਿਹੜੀਆਂ ਇਹ ਵੀ 25% ਘਟੀਆਂ ਨੇ। ਘਟਣ ਦੀ ਵਜ੍ਹਾ ਮੈਂ ਸਾਰੇ ਪ੍ਰੂਫ ਨੇ ਜਿਹੜੇ ਤੁਹਾਨੂੰ ਦੱਸਦੇ ਨੇ, ਜਿਹੜੇ ਇਸ ਵੇਲੇ ਸੋਸ਼ਲ ਮੀਡੀਆ ਤੇ ਵੀ ਮੌਜੂਦ ਨੇ। ਜੇ ਇਹਨਾਂ ਨੂੰ ਕਿਹਾ ਜਾਂਦਾ ਕਿ ਜੁਰਮ ਕੰਟਰੋਲ ਹੋਣ ਡਿਆ ਆ ਤੇ ਚਲੋ ਇਹ ਫਿਰ ਧੱਕਾ ਕਰਕੇ ਰੁਕ ਰਿਹਾ ਜੀ। ਮਸੂਦ, ਅਗਲੀ ਖਬਰ ਵੀ ਲਹਿੰਦੇ ਪੰਜਾਬ ਦੇ ਨਾਲ ਹੀ ਜੁੜੀ ਹੋਈ ਹੈ। ਲਹਿੰਦੇ ਪੰਜਾਬ ਨੂੰ ਵੰਡਣ ਦਾ ਮਤਾ ਨੈਸ਼ਨਲ ਅਸੈਂਬਲੀ 'ਚ ਪੇਸ਼ ਹੋ ਗਿਆ ਤੇ ਪੰਜਾਬੀ ਸੇਵਕ ਰਿਆਜ਼ ਫਤਿਆਨਾ ਜੀ ਜਿਹੜੇ ਨੇ ਉਹਨਾਂ ਨੂੰ ਇਸ ਮਾਮਲੇ 'ਚ ਮੰਦਾ ਵੀ ਆਖਿਆ ਜਾ ਰਿਹਾ ਹੈ ਜੀ। ਪੰਜਾਬੀ ਸੇਵਕਾਂ ਵੱਲੋਂ ਰਿਆਜ਼ ਫਤਿਆਨਾ ਨੂੰ ਕਿਹਾ ਜਾ ਰਿਹਾ। ਰਿਆਜ਼ ਫਤਿਆਨਾ ਹੁਣ ਪੰਜਾਬੀ ਸੇਵਕ ਨਹੀਂ ਗੀ, ਉਹ ਤੇ ਮੈਂਬਰ ਨੈਸ਼ਨਲ ਅਸੈਂਬਲੀ ਨੇ। ਇਸ ਵੇਲੇ ਇਮਰਾਨ ਖਾਨ ਦੀ ਸਰਕਾਰ ਡੇਗਣ ਟਾਈਮ ਇਮਰਾਨ ਖਾਨ ਦੇ ਹਾਮੀ ਸਨ, ਉਹਨਾਂ ਦੀ ਪਾਰਟੀ ਵੱਲੋਂ ਜਿੱਤੇ, ਪਰ ਫਿਰ ਜਦੋਂ ਇਮਰਾਨ ਖਾਨ ਨੂੰ ਡੇਗਣਾ ਸੀਗਾ ਇਹਨਾਂ ਨੇ ਉਹਦੇ ਖਿਲਾਫ ਵੋਟ ਦਿੱਤਾ। ਉਸ ਤੋਂ ਬਾਅਦ ਇਹ ਆਪੋਜੀਸ਼ਨ ਲੀਡਰ ਬਣੇ। ਅੱਜ ਇਹ ਹੁਕਮਰਾਨ ਧੜੇ ਦੇ ਵਿੱਚੋਂ ਆ। ਲਹਿੰਦੇ ਪੰਜਾਬ ਨੂੰ ਵੰਡਣ ਦਾ ਰੌਲਾ ਕਦੋਂ ਦਾ ਚੱਲ ਰਿਹਾ, ਕਦੀ ਸਰਾਇਕਿਸਤਾਨ, ਕਦੀ ਜਨੂਬੀ ਪੰਜਾਬ, ਕਦੀ ਉਸਮਾਨ ਬੁਜ਼ਦਾਰ ਦੇ ਦੌਰ 'ਚ ਉਹੀ ਤੇ ਕੰਮ ਹੋਏ ਇਮਰਾਨ ਖਾਨ ਦੇ ਦੌਰ 'ਚ। ਇਮਰਾਨ ਖਾਨ ਨੇ ਕਰ ਦੇਣਾ ਸੀਗਾ ਇਹ ਕੰਮ, ਪਰ ਪੰਜਾਬੀ ਨਹੀਂ ਚਾਹੁੰਦੇ। ਉਹ ਕਹਿੰਦੇ ਨੇ ਕਿ ਪੰਜਾਬ ਦਾ ਨਕਸ਼ਾ ਜਿਹੜਾ ਇਹਨੂੰ ਤੋੜੋ ਮਰੋੜੋ ਨਾ।
ਦੁੱਖ ਬਹੁਤਾ ਇਹ ਹੋਇਆ ਪੰਜਾਬੀ ਸੇਵਕ ਮੰਦਾ ਚੰਗਾ ਇਸ ਲਈ ਰਿਆਜ਼ ਫਤਿਆਨਾ ਉਹਨਾਂ ਨੂੰ ਕਹਿੰਦੇ ਨੇ ਕਿ ਰਿਆਜ਼ ਫਤਿਆਨਾ ਹੁਣੇ ਆਪ ਵੀ ਝੰਗ ਤੋਂ ਨੇ। ਝੰਗ ਤੋਂ ਇਲੈਕਸ਼ਨ ਜਿੱਤ ਕੇ ਆਏ ਲੋਕਾਂ ਨੇ ਵੋਟ ਦਿੱਤਾ। ਲੋਕਾਂ ਨੇ ਕੀ ਪੰਜਾਬ ਨੂੰ ਵੰਡਣ ਦਾ ਵੋਟ ਦਿੱਤਾ ਇਹਨਾਂ ਨੂੰ? ਨਹੀਂ। ਸੋ ਉਹਨਾਂ ਵੱਲੋਂ ਇਹ ਪਹਿਲਾਂ ਜਿੰਨੀਆਂ ਪੰਜਾਬ ਨੂੰ ਵੰਡਣ ਦੀਆਂ ਮਤੇ ਜਾਂ ਐਪਲੀਕੇਸ਼ਨਾਂ ਜਾਂ ਕੋਈ ਗੱਲਬਾਤ ਹੁੰਦੀ ਸੀ ਨਾ ਅਸੈਂਬਲੀ ਦੇ ਵਿੱਚ, ਉਹ ਬਾਵਲਪੁਰ, ਮੁਜ਼ੱਫਰਗੜ੍ਹ, ਮੁਲਤਾਨ ਇਸ ਪੱਟੀ ਤੋਂ ਹੁੰਦੀ ਸੀਗੀ। ਝੰਗ ਤੋਂ ਕੋਈ ਨਹੀਂ ਸੀਗਾ ਕਰਦਾ। ਮੀਆਂ ਵਾਲੇ ਪਾਸੇ ਹੋ ਜਾਂਦੀ ਸੀਗੀ, ਮਤਲਬ ਦੂਰ ਦੇ ਪੱਕਰ ਜਿਹੜੇ ਵਾਕਈ ਮੰਨਣਾ ਚਾਹੀਦਾ। ਪਰ ਰਿਆਜ਼ ਫਤਿਆਨਾ ਵੱਲੋਂ ਇਹ ਕੰਮ ਹੋ ਕੇ ਇਹ ਸਾਹਮਣੇ ਆਉਣਾ, ਉਹਦੇ ਤੇ ਫਿਰ ਸਾਰੀਆਂ ਫਟਕਾਰਾਂ ਹੀ ਦੇਣੀਆਂ ਹੈ ਕਿ ਇੱਕ ਬੰਦਾ ਜਿਹੜਾ ਆਪ ਹੀਰ ਦੇ ਦੇਸ਼ ਝੰਗਦਾ ਹੋਵੇ ਔਰ ਉਹ ਕਵੇ ਕਿ ਪੰਜਾਬ ਨੂੰ ਵੰਡ ਦਵੋ, ਇਹ ਤੇ ਗੱਲ ਮੈਂ ਕਹਿੰਦਾ ਕਿਸੇ ਪਾਸੇ ਵੀ ਬਾਰੇ ਚ ਨਹੀਂ। ਅਗਲੀ ਖਬਰ ਵਾਲੇ ਵਾਦਨੇ ਮਸੂਦ ਸਰਕਾਰ ਨੇ ਸਾਲ 2026 ਦੇ ਹਜ ਦੀਆਂ ਜਿਹੜੀਆਂ ਅਰਜ਼ੀਆਂ ਨੇ ਉਹ ਲੈਣੀਆਂ ਸ਼ੁਰੂ ਕਰਤੀਆਂ ਨੇ ਹੁਣੇ। ਜੀ ਬਿਲਕੁਲ, ਉਹ ਪਹਿਲਾ ਰਾਉਂਡ ਮੁੱਕ ਵੀ ਗਿਆ ਹੈ। ਔਰ ਸਵਾਦੀ ਗੱਲ ਇਹ ਹੈ ਕਿ ਜਿਹੜਾ ਹਜ ਕੋਟਾ ਪਾਕਿਸਤਾਨੀ ਸਰਕਾਰ ਨੂੰ ਲੱਭਾ ਹੈ ਸਾਊਦੀ ਅਰਬ ਦੀ ਸਰਕਾਰ ਵੱਲੋਂ, ਉਹ 1,79,210 ਹਾਜੀਆਂ ਦਾ ਹੈ। ਇਹਦੇ ਚ 70% ਸਰਕਾਰੀ ਸਕੀਮ ਦੇ ਤਹਿਤ ਹਜ ਕਰਨਗੇ ਔਰ 30% ਨੇ ਜਿਹੜੇ ਉਹ ਪ੍ਰਾਈਵੇਟ ਹਜ ਟੂਰ ਆਪਰੇਟਰ ਨੇ ਜਿਹੜੇ ਉਹਨਾਂ ਰਾਹੀਂ ਕਰਨਗੇ, ਪਰ ਇਹ ਵੀ ਸਾਊਦੀ ਅਰਬ ਦੀ ਸਰਕਾਰ ਰਾਹੀਂ। ਅੱਛਾ, ਕੁੱਲ 1,19,210 ਜਿਹੜੇ ਨੇ ਇਹ ਸਰਕਾਰੀ ਸਕੀਮ ਰਾਹੀਂ ਕਰਨਗੇ ਤੇ ਇਸ ਵੇਲੇ ਤੱਕ 95,000 ਅਰਜ਼ੀਆਂ ਆ ਗਈਆਂ। ਪਹਿਲਾ ਰਾਉਂਡ ਮੁੱਕ ਗਿਆ, 95,000 ਅਰਜ਼ੀਆਂ ਆਈਆਂ ਔਰ ਇਹਨਾਂ 95,000 ਅਰਜ਼ੀਆਂ ਤੋਂ ਬਾਅਦ ਹੁਣ ਆਖਿਆ ਜਾ ਰਿਹਾ ਕਿ ਦੂਜਾ ਰਾਉਂਡ ਸ਼ੁਰੂ ਹੋ ਰਿਹਾ ਸਰਕਾਰੀ ਸਕੀਮ ਰਾਹੀਂ ਹਜ ਕਰਨ ਵਾਲਿਆਂ ਦਾ, ਔਰ ਉਹ ਹੁਣ ਰਹੇਗਾ 16 ਅਗਸਤ ਤੱਕ। ਯਾਨੀ 16 ਅਗਸਤ ਤੱਕ ਇਹ ਬਾਕੀ ਜਿਹੜੇ ਨੇ ਇਹ ਆਪਣੀਆਂ ਅਰਜ਼ੀਆਂ ਨੇ ਜਿਹੜੀਆਂ ਇਹ ਭਰ ਸਕਦੇ ਨੇ। ਸੋ ਐਰਕੀ ਕੰਮ ਹੈ ਜਿਹੜਾ ਸਪੀਡ ਨਾਲ ਚੱਲ ਰਿਹਾ, ਕਿਉਂਕਿ ਪਿਛਲੀ ਵਾਰ ਪ੍ਰਾਈਵੇਟ ਹਜ ਟੂਰ ਆਪਰੇਟਰਾਂ ਰਾਹੀਂ ਇੱਕ ਵੀ ਬੰਦਾ ਪੈਸੇ ਦੇ ਕੇ ਵੀ ਸਾਊਦੀ ਅਰਬ ਜਾ ਕੇ ਹਜ ਨਹੀਂ ਸੀਗਾ ਕਰ ਸਕਿਆ। ਐਰਕੀ ਸਰਕਾਰ ਦਵਾ ਸਰਕਾਰੀ ਸਕੀਮ ਦਾ ਇਹ ਮਾਮਲਾ ਲਪੇਟਣਾ ਚਾਹੁੰਦੀ ਹੈ ਤਾਂ ਜੇ ਪ੍ਰਾਈਵੇਟ ਹਜ ਟੂਰ ਆਪਰੇਟਰ ਨੇ ਜਿਹੜੇ ਉਹ ਫਿਰ ਆਪਣਾ ਵਪਾਰ ਕਰ ਸਕਣ। ਸੋ ਪਹਿਲਾ ਰਾਉਂਡ ਆ ਜਿਹੜਾ, ਅੱਛਾ ਫਿਰ ਪਹਿਲਾਂ ਹੁੰਦੀ ਸੀ ਕੁਰਾਨਦਾਜ਼ੀ। ਯਾਰ ਕੀ ਕੁਰਾਨਦਾਜ਼ੀ ਨਹੀਂ, ਯਾਰ ਕਿ ਜਿਹਨੇ ਪਹਿਲੇ ਅਰਜ਼ੀ ਜਮਾ ਕਰਾਤੀ ਉਹਦੀ ਪਹਿਲੇ ਸਮਝੋ ਕਿ ਉਹ ਟਿਕਟ ਲੱਗੀ। ਦੇਖੋ ਯਾਰ ਕੀ ਹੁਣ ਕਿਹੜਾ ਰੱਬ ਦੇ ਘਰ ਦੇ ਦੀਪ ਦਰਸ਼ਨ ਕਰਦਾ ਹੈ, ਕਿਹੜਾ ਲਗਲਾ ਪ੍ਰਾਹੁਣਾ ਬਣਦਾ ਹੈ, ਕਿਹਨੂੰ 2026 ਚ ਅੱਜ ਜਿਹੜਾ ਕਰਨਾ ਨਸੀਬ ਹੁੰਦਾ ਹੈਗਾ। ਇਹਦੇ ਨਾਲ ਹੀ ਮਸੂਦ ਆਪਾਂ ਆਪਣੇ ਸਰੋਤਿਆਂ ਕੋਲ ਇਜਾਜ਼ਤ ਲੈਣੀ, ਪਰ ਉਸ ਤੋਂ ਪਹਿਲੇ ਆਪਣੇ ਜਿਹੜੇ ਸਰੋਤੇ ਉਹਨਾਂ ਨੂੰ ਆਖਾਂਗੇ ਜੀ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਉਹਦੇ ਲਈ ਸਾਡਾ ਨੰਬਰ ਹੈ ਜੀ 408-272-52 4082725200। ਇਸ ਤੋਂ ਇਲਾਵਾ ਇਹ ਜਿਹੜੀਆਂ ਖਬਰਾਂ ਨੇ ਇਹ ਤੁਸੀਂ ਸਾਡੇ ਨੈਸ਼ਨਲ ਨੈਟਵਰਕ, ਇੰਟਰਨੈਸ਼ਨਲ ਨੈਟਵਰਕ, ਰੇਡੀਓ ਨੈਟਵਰਕ ਤੇ ਨਾਲ ਵੇਖਣੀਆਂ ਹੋਣ ਜੀ ਤੇ ਪੰਜਾਬੀ ਰੇਡੀਓ ਯੂਐਸਏ ਦਾ YouTube ਔਰ Facebook ਚੈਨਲ ਸਾਡੇ ਡਿਜੀਟਲ ਪਲੇਟਫਾਰਮ ਹਾਜ਼ਰ ਨੇ। TikTok ਤੇ Insta ਤੇ ਜਾ ਕੇ ਤੁਸੀਂ ਖਬਰਾਂ ਦੇਖ ਸਕਦੇ ਹੋ। ਫਾਈਨਲ ਮੰਡੇ ਟੂ ਫਰਾਈਡੇ ਪਤਾਉਂਦੀ ਹੈ। ਸੋ ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਮੈਨੂੰ ਦਿਓ ਇਜਾਜ਼ਤ, ਮਸੂਦ ਮਲਿਕ ਸਾਹਿਬ ਨੂੰ ਦਿਓ ਇਜਾਜ਼ਤ ਦੇ ਨਾਲ ਹੀ, ਤੇ ਅਗਲੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।